ਜੋ ਪਾਵਨ ਪਵਿੱਤਰ ਸ਼ਬਦ ਆਪ ਨੇ ਹੁਕਮ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ, ਇਹ ਸ਼ਬਦ ਪੰਜਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਰਾਗ ਸੋਰਠ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਸੁਭਾਇਮਾਨ ਹੈ। ਇਸ ਸ਼ਬਦ ਦਾ ਜੋ ਵਿਸ਼ਾ ਹੈ, ਪਾਤਸ਼ਾਹ ਬਚਨ ਕਰ ਰਹੇ ਨੇ, ਕਹਿੰਦੇ ਸਾਚੇ ਸਾਹਿਬ ਸਿਓ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਪਹਿਲੀ ਤਾਂ ਗੱਲ ਹੈ ਗੁਰੂ ਪਿਆਰਿਓ, ਕਹਿੰਦੇ ਜਦੋਂ ਸੱਚੇ ਸਾਹਿਬਾਂ ਦੇ ਨਾਲ ਮਿਲ ਹੋ ਜਾਵੇ, ਪੂਰਨ ਗੁਰੂ ਦੇ ਨਾਲ ਮਿਲ ਹੋ ਜਾਵੇ, ਸਾਚੇ ਸਾਹਿਬ ਸਿਓ ਮਨ ਮਾਨਿਆ, ਕਹਿੰਦੇ ਫਿਰ ਗੁਰੂ ਦੀ ਸਿੱਖਿਆ ਨੂੰ ਇਹ ਮਨ ਮੰਨ ਲਵੇ। ਭਾਵ ਆਪਣੇ ਜੋ ਮਨ ਦੇ ਸੰਕਲਪ ਵਿਕਲਪ ਨੇ ਉਹਨਾਂ ਦਾ ਤਿਆਗ ਕਰ ਦੇਵੇ, ਬੁੱਧੀ ਨੂੰ ਵੀ ਨਿਸ਼ਚਾ ਹੋ ਜਾਵੇ, ਵਿਵੇਕ ਹੋ ਜਾਵੇ। ਉਸ ਤੋਂ ਬਾਅਦ ਜਿਹੜਾ ਮਨੁੱਖ ਹੈ ਉਹ ਅਕਾਲ ਪੁਰਖ ਦਾ ਚਿੰਤਨ ਕਰੇ ਅਤੇ ਮਨ ਦੇ ਵਿੱਚੋਂ ਵਿਸ਼ੇ ਵਿਕਾਰ ਨੇ, ਜੋ ਅਹੰਪਣਾ ਹੈ, ਵਿਕਾਰ ਆਦਿਕ ਨੇ, ਕਹਿੰਦੇ ਉਹਨਾਂ ਨੂੰ ਨਸ਼ਟ ਕਰ ਦੇਵੇ। ਫੇਰ ਹੀ ਗੁਰੂ ਦੀ ਸਿੱਖਿਆ ਦੇ ਉੱਤੇ ਇਹ ਮਨ ਆ ਸਕਦਾ ਹੈ। ਕਹਿੰਦੇ ਜਦੋਂ ਇਸ ਤਰ੍ਹਾਂ ਹੋ ਜਾਵੇ, ਗੁਰੂ ਦੀ ਸਿੱਖਿਆ ਦੇ ਉੱਤੇ ਆਪਣਾ ਮਨ ਜੋ ਹੈ ਕਹਿੰਦੇ ਤੀਜ ਜਾਵੇ, ਹਰ ਸਰਬ ਨਿਰੰਤਰ ਜਾਣਿਆ। ਕਹਿੰਦੇ ਫਿਰ ਮਨੁੱਖ ਇਸ ਸੰਸਾਰ ਦੇ ਵਿੱਚ ਹਰ ਕਣ ਕਣ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਦੇਖਦਾ ਹੈ। ਇਸ ਤਰ੍ਹਾਂ ਪਾਤਸ਼ਾਹ ਇਸ ਸ਼ਬਦ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ। ਕਹਿੰਦੇ ਜਦੋਂ ਪੂਰਨ ਗੁਰੂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਤੇ ਭਰੋਸਾ ਬਣ ਆਵੇ ਅਤੇ ਅਵਿਦਿਆ ਦਾ ਨਾਸ਼ ਹੋ ਜਾਵੇ, ਪ੍ਰਪੰਚ ਆਦਿਕ ਇਸ ਸੰਸਾਰ ਦੀ ਸਮਝ ਆ ਜਾਵੇ, ਮਨੁੱਖ ਇਸ ਗੱਲ ਨੂੰ ਭਲੀ ਭਾਤ ਜਾਣ ਜਾਵੇ ਕਿ ਕੇਵਲ ਸਤਿਚਿਤ ਆਨੰਦ ਸਰੂਪ ਕੇਵਲ ਅਕਾਲ ਪੁਰਖ ਹੀ ਇਸ ਸੰਸਾਰ ਦੇ ਅੰਦਰ ਸੱਚ ਹੈ। ਉਸ ਤੋਂ ਇਲਾਵਾ ਸਰ ਪ੍ਰਾਣੀ ਮਾਤਰ ਹਰ ਐਸੀ ਸ਼ੈ ਜੋ ਵੀ ਇਸ ਸੰਸਾਰ ਦੇ ਅੰਦਰ ਦਿਖਾਈ ਦੇ ਰਹੀ ਹੈ, ਇਹ ਨਾਸ਼ਵਾਨ ਹੈ, ਅਨੰਤ ਨਹੀਂ। ਕਿਉਂਕਿ ਆਦਿ ਤੇ ਅਨੰਤ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਹੀ ਹੈ। ਸੋ ਇਸ ਤਰ੍ਹਾਂ ਪਾਤਸ਼ਾਹ ਇਸ ਸ਼ਬਦ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ। ਦੋ ਪੱਖ ਨੇ ਗੁਰੂ ਪਿਆਰਿਓ। ਪਹਿਲਾ ਪੱਖ ਉਹ ਹੈ ਜਿਹੜੇ ਮਨੁੱਖ ਇਸ ਸੰਸਾਰ ਦੇ ਅੰਦਰ ਆ ਕਰਕੇ ਵੀ ਨਾਮ ਨਹੀਂ ਜਪਦੇ, ਉਹਨਾਂ ਬਾਬਤ ਵੀ ਧਰਮ ਸ਼ਾਸਤਰਾਂ ਦੇ ਵਿੱਚ ਵੀ ਬਚਨ ਆਉਂਦੇ ਨੇ। ਕਹਿੰਦੇ ਰੇ ਮਨ ਚੰਚਲ ਤੂੰ ਸਦਾ ਭਜਿਓ ਨਾ ਹਰ ਕੋ ਨਾਮ, ਰਹਿਓ ਵਿਸ਼ੇ ਲਪਟੰਤ ਹੀ ਜੈ ਹੈ ਜਮ ਕੇ ਧਾਮ। ਕਹਿੰਦੇ ਹੇ ਮੇਰੇ ਮਨ ਤੂੰ ਸਦਾ ਹੀ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਰਿਹਾ, ਕਦੇ ਵੀ ਅਕਾਲ ਪੁਰਖ ਦਾ ਨਾਮ ਨਹੀਂ ਜਪਿਆ। ਅੰਤ ਨੂੰ ਕਹਿੰਦੇ ਹੁਣ ਤੈਨੂੰ ਜਮਾਂ ਦੀ ਮਾਰ ਸਹਿਣੀ ਪੈ ਰਹੀ ਹੈ। ਅਤੇ ਦੂਸਰਾ ਜੋ ਪੱਖ ਹੈ ਉਹ ਹੈ ਗੁਰੂ ਪਿਆਰਿਓ ਅਕਾਲ ਪੁਰਖ ਦੇ ਨਾਲ ਇਕਮਿਕ ਹੋਣ ਦਾ। ਇਹ ਵੀ ਬਚਨ ਆਉਂਦੇ ਨੇ। ਕਹਿੰਦੇ ਚਲੀ ਪੂਤਰੀ ਲਾਉਣ ਕੀ ਥਾਹ ਸਿੰਧ ਕੀ ਲੈਣ, ਅਨਾਥ ਆਪੇ ਆਪ ਭਈ ਪਲਟ ਕਹੇ ਕੋ ਬੈਨ। ਕਵੀ ਅਨਾਥ ਜੀ ਦੇ ਬਚਨ ਨੇ। ਕਹਿੰਦੇ ਜੇਕਰ ਕੋਈ ਲੂਣ ਦੀ ਡਲੀ ਸਮੁੰਦਰ ਦਾ ਅੰਤ ਲੈਣ ਦੇ ਵਾਸਤੇ ਜਾਵੇ ਅਤੇ ਪੂਰਨ ਤੌਰ ਤੇ ਕਹਿੰਦੇ ਉਹ ਸਮੁੰਦਰ ਦੇ ਅੰਦਰ ਹੀ ਸਮਾ ਜਾਵੇ, ਕਹਿੰਦੇ ਫਿਰ ਪਿੱਛੇ ਮੁੜ ਕੇ ਕੌਣ ਆਖੇ ਕਿ ਸਮੁੰਦਰ ਕਿਤਨਾ ਵਿਸ਼ਾਲ ਹੈ। ਇਸ ਤਰ੍ਹਾਂ ਦੀ ਅਵਸਥਾ ਫਿਰ ਬਣ ਜਾਂਦੀ ਹੈ ਜਦੋਂ ਮਨੁੱਖ ਅਕਾਲ ਪੁਰਖ ਦੇ ਨਾਲ ਇਕਮਿਕ ਹੋ ਜਾਂਦਾ ਹੈ। ਸੋ ਆਓ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਆਪਣੀ ਰਚਨਾ ਨੂੰ ਪਵਿੱਤਰ ਕਰੀਏ। ਸਾਰੇ ਜਪੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਰਾਗ ਸੋਰਠ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਹ ਸ਼ਬਦ ਹੈ ਤੇ ਪਾਤਸ਼ਾਹ ਹੁਕਮ ਕਰ ਰਹੇ ਨੇ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਗੁਰੂ ਪਾਤਸ਼ਾਹ ਬਚਨ ਕਰ ਰਹੇ ਨੇ। ਕਹਿੰਦੇ ਆਗੇ ਸੁਖ ਮੇਰੇ ਮੀਤਾ। ਗੁਰੂ ਪਿਆਰਿਓ ਇੱਕ ਜਿਹੜੀ ਵਿਸ਼ੇਸ਼ ਗੱਲ ਇਸ ਪੰਕਤੀ ਦੇ ਅੰਦਰ ਆਈ ਹੈ, ਗੁਰੂ ਪਾਤਸ਼ਾਹ ਨੇ ਆਪਣੇ ਗੁਰਸਿੱਖਾਂ ਨੂੰ ਮੇਰੇ ਮੀਤ ਭਾਵ ਮੇਰੇ ਮਿੱਤਰ ਕਹਿ ਕਰਕੇ ਸੰਬੋਧਨ ਕਰ ਰਹੇ ਨੇ। ਦੁਨੀਆ ਦੇ ਅੰਦਰ ਗੁਰੂ ਪਿਆਰਿਓ ਬੜੇ ਹੀ ਅਵਤਾਰ ਪੀਰ ਪੈਗੰਬਰ ਔਲੀਏ ਹੋਏ ਨੇ, ਪਰ ਸ਼ਾਇਦ ਹੀ ਕਿਸੇ ਨੇ ਆਪਣੇ ਸੇਵਕਾਂ ਨੂੰ ਇਤਨੇ ਆਦਰ ਦੇ ਨਾਲ ਇੰਨੇ ਸਤਿਕਾਰ ਦੇ ਨਾਲ ਸੰਬੋਧਨ ਕੀਤਾ ਹੋਵੇ ਜਿੱਦਾਂ ਗੁਰੂ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਕਰ ਰਹੇ ਨੇ। ਇੱਥੇ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਆਗੈ ਸੁਖ ਭਾਵ ਜਿਹੜੇ ਵੀ ਕਹਿੰਦੇ ਅਕਾਲ ਪੁਰਖ ਦੀ ਸਿੱਖਿਆ ਦੇ ਵਿੱਚ ਚੱਲਦੇ ਨੇ, ਗੁਰੂ ਦੇ ਦੁਆਰਾ ਅਕਾਲ ਪੁਰਖ ਦਾ ਦੀਦਾਰ ਪਾਉਂਦੇ ਨੇ,
ਕਹਿੰਦੇ ਉਹ ਅੱਗ ਹੈ, ਭਾਵ ਇਸ ਸੰਸਾਰ ਤੋਂ ਅੱਗੇ ਪਰਲੋਕ ਦੇ ਵਿੱਚ ਵੀ ਸੁੱਖ ਦੇ ਪਾਤਰ ਬਣਦੇ ਨੇ। ਅਤੇ ਅੱਗੇ ਪਾਤਸ਼ਾਹ ਫਿਰ ਦੱਸ ਰਹੇ ਨੇ, ਕਹਿੰਦੇ ਪਾਤਸ਼ਾਹ ਆਨੰਦ ਪ੍ਰਾਪਤ ਕੀਤਾ। ਉਹ ਮਨੁੱਖ ਕਹਿੰਦੇ ਸੰਸਾਰ ਦੇ ਵਿੱਚ ਰਹਿ ਕਰਕੇ ਵੀ ਕਹਿੰਦੇ ਸੁੱਖ ਪ੍ਰਾਪਤ ਕਰਦੇ ਨੇ। ਕੁਝ ਵਿਦਵਾਨਾਂ ਨੇ ਇਸ ਦੇ ਅਰਥ ਇਉਂ ਵੀ ਕੀਤੇ ਨੇ, ਜਿਸ ਤਰ੍ਹਾਂ ਰਹਾਉ ਵਾਲੀਆਂ ਪੰਕਤੀਆਂ ਦੇ ਅੰਦਰ ਪਾਤਸ਼ਾਹ ਨੇ ਮਨ ਦਾ ਜ਼ਿਕਰ ਕੀਤਾ। ਵਿਦਵਾਨ ਦਾ ਕਥਨ ਹੈ, ਕਹਿੰਦੇ ਸਰੀਰ ਤੋਂ ਸੂਖਸ਼ਮ ਗੁਰੂ ਪਿਆਰਿਓ ਸਾਡੀਆਂ ਇੰਦਰੀਆਂ ਨੇ, ਇੰਦਰੀਆਂ ਤੋਂ ਸੂਖਸ਼ਮ ਹੈ ਸਾਡਾ ਅੰਤःਕਰਣ ਮਨ, ਅਤੇ ਮਨ ਤੋਂ ਸੂਖਸ਼ਮ ਹੈ ਬੁੱਧੀ, ਬੁੱਧੀ ਤੋਂ ਸੂਖਸ਼ਮ ਵਿਦਵਾਨਾਂ ਨੇ ਆਤਮਾ ਮੰਨੀ ਹੈ। ਸੋ ਇੱਥੇ ਪਾਤਸ਼ਾਹ ਇਸ ਤਰ੍ਹਾਂ ਵੀ ਕਈ ਅਰਥ ਕਰਦੇ ਨੇ, ਕਹਿੰਦੇ ਮਨ ਤੋਂ ਅੱਗੇ ਜਿਹੜਾ ਸੁੱਖ ਹੈ, ਕਹਿੰਦੇ ਆਗੈ ਸੁੱਖ ਮੇਰੇ ਮੀਤਾ, ਭਾਵ ਮਨ ਤੋਂ ਅੱਗੇ ਜਿਹੜਾ ਆਤਮਾ ਦਾ ਸੁੱਖ ਹੈ ਗੁਰੂ ਪਿਆਰਿਓ, ਉਹ ਵੀ ਕਹਿੰਦੇ ਫਿਰ ਪ੍ਰਾਪਤ ਹੋ ਜਾਂਦਾ ਹੈ ਮਨੁੱਖ ਨੂੰ। ਅਤੇ ਪਾਤਸ਼ਾਹ ਆਨੰਦ ਪ੍ਰਾਪਤ ਕੀਤਾ। ਤੇ ਮਨ ਤੋਂ ਪਿੱਛੇ ਭਾਵ ਇਹ ਤਨ ਵੀ ਕਹਿੰਦੇ ਸੰਸਾਰ ਦੇ ਅੰਦਰ ਜਿੰਨਾ ਸਮਾਂ ਰਹਿੰਦਾ ਹੈ, ਉਹ ਵੀ ਕਹਿੰਦੇ ਸੰਸਾਰ ਦੇ ਅੰਦਰ ਰਹਿ ਕਰਕੇ ਸੁੱਖ ਪ੍ਰਾਪਤ ਕਰਦਾ ਹੈ। ਅਤੇ ਅੱਗੇ ਪਾਤਸ਼ਾਹ ਬਚਨ ਕਰ ਰਹੇ ਨੇ, ਕਹਿੰਦੇ ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤਹੁ ਨਾਹੀ। ਜਦੋਂ ਕਹਿੰਦੇ ਮਨ ਅੰਤਰਮੁਖੀ ਹੋ ਗਿਆ, ਇਸ ਗੱਲ ਦੀ ਮਨੁੱਖ ਨੂੰ ਸੋਝੀ ਆ ਗਈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹਿੰਦੇ ਜਦੋਂ ਮਨ ਆਪਣਾ ਮੂਲ ਪਛਾਣ ਲੈਂਦਾ ਹੈ, ਭਾਵ ਮਨ ਅੰਤਰਮੁਖੀ ਹੋ ਜਾਂਦਾ ਹੈ। ਮਨ ਦੀਆਂ ਵੀ ਗੁਰੂ ਪਿਆਰਿਓ ਦੋ ਬਿਰਤੀਆਂ ਨੇ। ਇੱਕ ਵਿਦਵਾਨ ਕਥਨ ਕਰਦੇ ਨੇ, ਕਹਿੰਦੇ ਮਨ ਨੂੰ ਅੰਤਰਮੁਖੀ ਕਰਨਾ, ਭਾਵ ਆਪਣੀ ਆਤਮਾ ਦੀ ਪਛਾਣ ਕਰਨੀ, ਅਕਾਲ ਪੁਰਖ ਦੇ ਨਾਲ ਜੋੜਨਾ, ਬ੍ਰਹਮ ਸਰੂਪ ਦੇ ਨਾਲ ਜੋੜਨਾ। ਅਤੇ ਦੂਸਰਾ ਹੈ ਮਨ ਨੂੰ ਬਾਹਰਮੁਖੀ ਕਰਨਾ, ਭਾਵ ਇਸ ਸੰਸਾਰ ਦੇ ਕਾਰਜਾਂ ਦੇ ਵਿੱਚ ਖਚਤ ਕਰਨਾ, ਵਿਸ਼ੇ ਵਿਕਾਰਾਂ ਦੇ ਵਿੱਚ ਲਾਉਣਾ। ਇਹ ਮਨ ਦੀ ਬਾਹਰਮੁਖੀ ਅਵਸਥਾ ਹੈ। ਕਹਿੰਦੇ ਜਿਹੜੇ ਫਿਰ ਮਨ ਨੂੰ ਅੰਤਰਮੁਖੀ ਕਰ ਲੈਂਦੇ ਨੇ, ਕਹਿੰਦੇ ਉਹਨਾਂ ਦੇ ਉੱਤੇ ਪਰਮੇਸ਼ਰ ਐਸੀ ਕਿਰਪਾ ਕਰ ਦਿੰਦਾ ਹੈ, ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤਹੁ ਨਾਹੀ। ਕਹਿੰਦੇ ਪਰਮੇਸ਼ਰ ਆਪ ਹੀ ਐਸੀ ਬਣਤ ਬਣਾ ਦਿੰਦਾ ਹੈ, ਐਸੀ ਵਿਧ ਬਣਾ ਦਿੰਦਾ ਹੈ, ਐਸੇ ਮਨੁੱਖ ਕਹਿੰਦੇ ਫਿਰ ਇਸ ਸੰਸਾਰ ਦੇ ਅੰਦਰ ਰਹਿ ਕਰਕੇ ਅਜੀਵਨ ਡੋਲਦੇ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਪੂਰਨ ਗਿਆਨ ਹੋ ਜਾਂਦਾ ਹੈ। ਪਾਤਸ਼ਾਹ ਦੇ ਬਚਨ ਆਉਂਦੇ ਨੇ, ਬਚਨ ਕਰਦੇ ਨੇ, ਕਹਿੰਦੇ ਕਹੋ ਕਬੀਰ ਸ਼ੂਸ਼ਾ ਘਟ ਬੋਲੈ, ਭਰਿਆ ਹੋਏ ਸੋ ਕਬਹੁ ਨਾ ਡੋਲੈ। ਕਿਉਂਕਿ ਜੋ ਪਾਤਰ ਹੋਣਾ ਹੋਵੇ ਜਾਂ ਖਾਲੀ ਹੋਵੇ, ਉਹੀ ਖੜਕਾ ਕਰਦਾ ਹੈ ਤੇ ਉਹੀ ਡੋਲਦਾ ਹੈ। ਭਰਿਆ ਹੋਇਆ ਗੁਰੂ ਪਿਆਰਿਓ ਕਦੇ ਵੀ ਕਹਿੰਦੇ ਡੋਲਦਾ ਨਹੀਂ। ਉਹ ਮਨੁੱਖ ਇਸ ਪ੍ਰਕਾਰ ਕਹਿੰਦੇ ਗਿਆਨ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਅੰਦਰੋਂ ਭਰ ਜਾਂਦੇ ਨੇ। ਇਸ ਤਰ੍ਹਾਂ ਪਾਤਸ਼ਾਹ ਇੱਥੇ ਬਚਨ ਕਰ ਰਹੇ ਨੇ। ਪਰ ਕਹਿੰਦੇ ਇਹ ਹੋਵੇਗਾ ਕਿਸ ਤਰ੍ਹਾਂ? ਜੇਕਰ ਮਨੁੱਖ ਨੇ ਇਸ ਪ੍ਰਕਾਰ ਆਪਣੇ ਆਪ ਨੂੰ ਬਣਾਉਣਾ ਹੋਵੇ ਤਾਂ ਉਸ ਦਾ ਸਾਧਨ ਕੀ ਹੈ ਇਸ ਸੰਸਾਰ ਦੇ ਅੰਦਰ? ਉਹ ਰਹਾਉ ਵਾਲੀਆਂ ਪੰਕਤੀਆਂ ਦੇ ਅੰਦਰ ਦੱਸ ਰਹੇ ਨੇ। ਕਹਿੰਦੇ ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਕਹਿੰਦੇ ਜਿਸ ਨੇ ਸੱਚੇ ਸਾਹਿਬਾਂ ਦੀ ਸਿੱਖਿਆ ਨੂੰ ਮੰਨ ਲਿਆ, ਆਪਣੇ ਮਨ ਦੇ ਵਿੱਚ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਿਆ, ਉਸ ਦੇ ਮਨ ਦੇ ਅੰਦਰ ਇਹ ਪੂਰਨ ਤੌਰ ਤੇ ਨਿਸ਼ਚਾ ਹੋ ਗਿਆ ਕਿ ਜੋ ਵੀ ਗੁਰੂ ਦੇ ਬਚਨ ਨੇ ਉਹੀ ਸੱਚ ਨੇ, ਬਾਕੀ ਸਭ ਇਸ ਸੰਸਾਰ ਦੇ ਅੰਦਰ ਝੂਠ ਹੈ। ਜਿਸ ਨੂੰ ਆਪਣੇ ਧਾਰਮਿਕ ਗ੍ਰੰਥਾਂ ਦੇ ਉੱਤੇ ਨਿਸ਼ਚਾ ਹੋ ਗਿਆ, ਮਨ ਦੇ ਵਿੱਚੋਂ ਕਹਿੰਦੇ ਸ਼ੰਕੇ ਦੂਰ ਹੋ ਗਏ, ਉਸਨੇ ਜਾਣ ਲਿਆ ਕਿ ਜੋ ਵੀ ਪ੍ਰਮਾਤਮਾ ਹਰੀ ਹੈ ਉਹ ਇਸ ਸੰਸਾਰ ਦੇ ਜ਼ਰੇ ਜ਼ਰੇ ਦੇ ਵਿੱਚ ਪਸਰਿਆ ਹੋਇਆ ਹੈ। ਉਹਨਾਂ ਦੀ ਅਵਸਥਾ ਫਿਰ ਕਹਿੰਦੇ ਗੁਰੂ ਪਿਆਰਿਓ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਗੁਰਮੁਖ ਰੋਮ ਰੋਮ ਹਰਿ ਧਿਆਇਆ। ਉਹਨਾਂ ਦਾ ਰੋਮ ਰੋਮ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ। ਬੇਅੰਤ ਉਦਾਹਰਨਾਂ ਸਿੱਖੀ ਦੇ ਅੰਦਰ ਆ ਜਾਂਦੀਆਂ ਨੇ। ਜੇਕਰ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਦੇਖਣਾ ਹੋਵੇ ਤਾਂ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਅਵਸਥਾ ਇਸ ਸ਼ਬਦ ਦੇ ਵਿੱਚੋਂ ਭਲੀ ਭਾਂਤ ਮਨੁੱਖ ਨੂੰ ਨਜ਼ਰ ਆ ਜਾਂਦੀ ਹੈ। ਇਤਿਹਾਸ ਦੇ ਅੰਦਰ ਵੀ ਬਚਨ ਆਉਂਦੇ ਨੇ। ਕਹਿੰਦੇ ਜਦੋਂ 6ਵੇਂ ਪਾਤਸ਼ਾਹ ਦਾ ਸਮਾਂ ਆਇਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਹਿੰਦੇ ਆਪਣਾ ਅੰਤਿਮ ਸਮਾਂ ਗੁਰੂ ਪਿਆਰਿਓ ਨੇੜੇ ਜਾਣਿਆ, ਉਸ ਸਮੇਂ ਕਹਿੰਦੇ ਉਹਨਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸੁਨੇਹਾ ਭੇਜਿਆ ਅਤੇ ਦਰਸ਼ਨਾਂ ਦੀ ਅਭਿਲਾਸ਼ਾ ਜੋ ਹੈ ਕਹਿੰਦੇ ਉਹ ਜ਼ਾਹਰ ਕੀਤੀ। ਕਹਿੰਦੇ ਉਸ ਸਮੇਂ ਗੁਰੂ ਹਰਗੋਬਿੰਦ ਪਾਤਸ਼ਾਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉੱਤੇ ਸਨ ਅਤੇ ਉੱਥੋਂ ਚੱਲ ਕੇ ਕਹਿੰਦੇ ਬਾਬਾ ਬੁੱਢਾ ਜੀ ਦੇ ਨਾਲ ਭੇਟ ਕਰਨ ਦੇ ਵਾਸਤੇ ਉੱਥੋਂ ਚੱਲ ਕੇ ਪਿੰਡ ਰਮਦਾਸ ਪਹੁੰਚੇ ਨੇ। ਰਮਦਾਸ ਪਹੁੰਚ ਕਰਕੇ ਕਹਿੰਦੇ ਦਰਸ਼ਨ ਦੇ ਕਰਕੇ ਬਾਬਾ ਬੁੱਢਾ ਜੀ ਨੂੰ ਨਿਹਾਲ ਕੀਤਾ ਅਤੇ ਉਹਨਾਂ ਦੇ ਬਾਬਤ ਕਹਿੰਦੇ ਗੁਰੂ ਪਾਤਸ਼ਾਹ ਨੇ ਸੰਗਤ ਦੇ ਵਿੱਚ ਇਹ ਸ਼ਬਦ ਪੜ੍ਹਿਆ। ਉਹਨਾਂ ਦੇ ਪਿਤਾ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਬਾਬਾ ਬੁੱਢਾ ਜੀ ਦੇ ਬਾਬਤ ਸੰਗਤ ਨੂੰ ਦੱਸਿਆ। ਕਹਿੰਦੇ ਅੱਗੇ ਜਾ ਕੇ ਵੀ ਬਾਬਾ ਬੁੱਢਾ ਜੀ ਇਸੇ ਤਰ੍ਹਾਂ ਸੁੱਖ ਦੇ ਪਾਤਰ ਬਣਨਗੇ ਜਿਸ ਤਰ੍ਹਾਂ ਇਹਨਾਂ ਨੇ ਸੰਸਾਰ ਦੇ ਵਿੱਚ ਰਹਿ ਕਰਕੇ
ਸੁਖ ਭੋਗਿਆ ਹੈ, ਕਿਉਂਕਿ ਉਹਨਾਂ ਨੇ ਗੁਰੂ ਦੀ ਸਿੱਖਿਆ ਨੂੰ ਮੰਨਿਆ, ਗੁਰੂ ਦੀ ਸਿੱਖਿਆ ਉੱਤੇ ਉਹਨਾਂ ਦਾ ਮਨ ਪਤੀਜਿਆ ਅਤੇ ਉਹਨਾਂ ਨੇ ਸੰਸਾਰ ਦੇ ਅੰਦਰ ਹੀ ਰਹਿੰਦਿਆਂ ਹੋਇਆਂ ਹੀ ਜੀਵਨ ਮੁਕਤ ਵਾਲੀ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਇਸ ਤਰ੍ਹਾਂ ਪਾਤਸ਼ਾਹ ਕਿਰਪਾ ਕਰਦੇ ਨੇ। ਅੱਗੇ ਰਹਾਉ ਦੇ ਕਰਕੇ ਸਮਝਾਉਣਾ ਕਰਦੇ ਨੇ। ਰਹਾਉ ਸਭ ਜੀਅ ਤੇਰੇ ਦਇਆਲਾ, ਆਪਣੇ ਭਗਤ ਕਰਹਿ ਪ੍ਰਤਪਾਲਾ। ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਸਭ ਜੀਅ ਤੇਰੇ ਦਇਆਲਾ। ਜਦੋਂ ਗੁਰੂ ਪਿਆਰਿਓ ਮਨੁੱਖ ਦੀ ਇਸ ਤਰ੍ਹਾਂ ਦੀ ਬਿਰਤੀ ਬਣ ਜਾਂਦੀ ਹੈ, ਹਰ ਵਸਤੂ ਦੇ ਵਿੱਚੋਂ ਫਿਰ ਕਹਿੰਦੇ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਹੀ ਦੀਦਾਰ ਹੋਣਾ ਆਰੰਭ ਹੋ ਜਾਂਦਾ ਹੈ। ਪਾਤਸ਼ਾਹ ਕਹਿ ਰਹੇ ਨੇ ਸਭ ਜੀਅ ਤੇਰੇ ਦਇਆਲਾ। ਕਹਿੰਦੇ ਜਦੋਂ ਅਵਸਥਾ ਉੱਚੀ ਹੋ ਜਾਂਦੀ ਹੈ, ਫਿਰ ਮਨੁੱਖ ਦੇ ਵਿੱਚੋਂ ਗ੍ਰੰਥਾਂ ਦੇ ਵਿੱਚ ਬਚਨ ਆਉਂਦੇ ਨੇ, ਦੋ ਤਰ੍ਹਾਂ ਦੇ ਭੇਦ ਵਿਦਵਾਨਾਂ ਨੇ ਮੰਨੇ ਨੇ, ਸਜਾਤੀ ਤੇ ਵਿਜਾਤੀ। ਸਜਾਤੀ ਭੇਦ ਗੁਰੂ ਪਿਆਰਿਓ ਜਿਹੜਾ ਆਪਣੀ ਜਾਤੀ ਦੇ ਅੰਦਰ ਹੋਵੇ, ਅਤੇ ਵਿਜਾਤੀ ਭੇਦ ਹੈ ਜਿਹੜਾ ਹੋਰ ਜਾਤੀਆਂ ਨੇ, ਪਸ਼ੂ ਪੰਛੀ ਆਦਿਕ ਨੇ, ਹਰ ਤਰ੍ਹਾਂ ਦਾ ਭੇਦ ਕਹਿੰਦੇ ਫਿਰ ਸਮਾਪਤ ਹੋ ਜਾਂਦਾ ਹੈ ਅਤੇ ਮਨੁੱਖ ਨੂੰ ਹਰ ਪ੍ਰਾਣੀ ਮਾਤਰ ਦੇ ਵਿੱਚ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਹੀ ਦਿਸਦੇ ਨੇ। ਇਸੇ ਤਰ੍ਹਾਂ ਪਾਤਸ਼ਾਹ ਇੱਥੇ ਦੱਸ ਰਹੇ ਨੇ, ਕਹਿੰਦੇ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਹੁੰਦਾ ਦੀਦਾਰ ਹੋ ਜਾਂਦੇ ਨੇ ਹਰ ਚੀਜ਼ ਦੇ ਵਿੱਚ ਅਕਾਲ ਪੁਰਖ ਦੇ, ਐਸੇ ਗੁਰੂ ਕੇ ਭਗਤਾਂ ਦੀ ਪ੍ਰਤਪਾਲਣਾ ਵੀ ਕਹਿੰਦੇ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਕਰਦੇ ਨੇ। ਭਾਈ ਸਾਹਿਬ ਭਾਈ ਕਨ੍ਹਈਆ ਜੀ ਦੀ ਸਾਖੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਜਿਹੜੇ ਸਿੱਖ ਹੋਏ ਨੇ ਇਤਿਹਾਸ ਦੇ ਵਿੱਚ ਆਉਂਦੀ ਹੈ। ਕਹਿੰਦੇ ਜਦੋਂ ਗੁਰੂ ਪਾਤਸ਼ਾਹ ਨੇ ਉਹਨਾਂ ਦੀ ਜੰਗ ਦੇ ਦੌਰਾਨ ਜਲ ਵਰਤਾਉਣ ਦੀ ਡਿਊਟੀ ਲਾਈ, ਕਹਿੰਦੇ ਉਸ ਸਮੇਂ ਜਦੋਂ ਭੰਗਾਣੀ ਦਾ ਯੁੱਧ ਚੱਲ ਰਿਹਾ ਸੀ, ਉਹਨਾਂ ਨੇ ਬਿਨਾਂ ਵਿਤਕਰੇ ਤੋਂ ਗੁਰੂ ਕਿਆਂ ਸਿੱਖਾਂ ਨੂੰ ਅਤੇ ਜੋ ਦੁਸ਼ਮਣ ਫੌਜ ਦੇ ਵੱਲੋਂ ਚੜ੍ਹ ਕੇ ਆਏ ਸਨ, ਪਠਾਨ ਸਨ ਜਿਨ੍ਹਾਂ ਦੇ ਵਿੱਚ ਤੁਰਕ ਸਨ, ਉਹਨਾਂ ਨੂੰ ਵੀ ਕਹਿੰਦੇ ਬਿਨਾਂ ਵਿਤਕਰੇ ਤੋਂ ਗੁਰੂ ਪਿਆਰਿਓ ਜਲ ਛਕਾਉਣ ਦੀ ਸੇਵਾ ਕੀਤੀ। ਇੱਥੋਂ ਤੱਕ ਵੀ ਇਤਿਹਾਸ ਦੇ ਅੰਦਰ ਬਚਨ ਆਉਂਦਾ, ਕਹਿੰਦੇ ਇੱਕ ਪਠਾਨ ਜਿਹੜਾ ਜ਼ਖਮੀ ਹੋ ਕਰਕੇ ਮੈਦਾਨ ਦੇ ਵਿੱਚ ਪਿਆ ਸੀ ਅਤੇ ਪਾਣੀ ਦੇ ਵਾਸਤੇ ਕੁਰਲਾ ਰਿਹਾ ਸੀ, ਕਹਿੰਦੇ ਉਹਨਾਂ ਨੇ ਆਪਣੇ ਗੋਡੇ ਦਾ ਆਸਰਾ ਦੇ ਕਰਕੇ ਆਪਣੇ ਹੱਥ ਦੇ ਨਾਲ ਕਹਿੰਦੇ ਉਸ ਦੇ ਮੂੰਹ 'ਚ ਪਾਣੀ ਪਾਇਆ ਅਤੇ ਉਸ ਨੂੰ ਆਖਿਆ ਕਿ ਮੈਨੂੰ ਤੇਰੇ ਵਿੱਚੋਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਦੀਦਾਰ ਹੋ ਰਿਹਾ ਹੈ। ਕਹਿੰਦੇ ਜਦੋਂ ਇਸ ਤਰ੍ਹਾਂ ਦੀ ਘਟਨਾ ਨੂੰ ਗੁਰਸਿੱਖਾਂ ਨੇ ਦੇਖਿਆ ਤੇ ਉਹਨਾਂ ਨੇ ਗੁਰੂ ਸਾਹਿਬ ਦੇ ਕੋਲ ਜਾ ਕਰਕੇ ਭਾਈ ਕਨ੍ਹਈਆ ਜੀ ਦੀ ਸ਼ਿਕਾਇਤ ਕੀਤੀ। ਜਦੋਂ ਸ਼ਿਕਾਇਤ ਕੀਤੀ ਤਾਂ ਦਰਬਾਰ ਦੇ ਵਿੱਚ ਗੁਰੂ ਸਾਹਿਬ ਨੇ ਭਾਈ ਕਨ੍ਹਈਆ ਜੀ ਨੂੰ ਕਹਿੰਦੇ ਹਾਜ਼ਰ ਹੋਣ ਦੇ ਵਾਸਤੇ ਕਿਹਾ ਅਤੇ ਜੋ ਵੀ ਸਿੱਖਾਂ ਦੇ ਸ਼ੰਕੇ ਨੇ ਉਹਨਾਂ ਨੂੰ ਨਿਵਰਤ ਕਰਨ ਦੇ ਵਾਸਤੇ ਭਾਈ ਕਨ੍ਹਈਆ ਜੀ ਨੂੰ ਕਹਿੰਦੇ ਉਪਦੇਸ਼ ਦਿੱਤਾ ਹੈ। ਉਸ ਸਮੇਂ ਜਿਹੜਾ ਉੱਤਰ ਭਾਈ ਕਨ੍ਹਈਆ ਜੀ ਨੇ ਦਿੱਤਾ, ਗੁਰੂ ਪਿਆਰਿਓ ਗੁਰੂ ਸਾਹਿਬ ਕਿਰਪਾ ਕਰਨ ਇਸ ਤਰ੍ਹਾਂ ਦੀ ਬਿਰਤੀ ਸਾਡੀ ਵੀ ਬਣ ਜਾਵੇ। ਕਹਿੰਦੇ ਭਾਈ ਕਨ੍ਹਈਆ ਜੀ ਨੇ ਉੱਤਰ ਦਿੱਤਾ, ਕਹਿੰਦੇ ਹੇ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੈਨੂੰ ਕਦੇ ਵੀ ਕਹਿੰਦੇ ਕਿਸੇ ਵੀ ਪ੍ਰਾਣੀ ਮਾਤਰ ਦੇ ਵਿੱਚੋਂ ਕੋਈ ਵੀ ਸਿੱਖ ਜਾਂ ਮੁਗਲ ਦਿਖਾਈ ਨਹੀਂ ਦਿੰਦਾ, ਮੈਨੂੰ ਤੇ ਕੇਵਲ ਮੇਰਾ ਗੁਰੂ ਹੀ ਦਿਖਾਈ ਦਿੰਦਾ ਹੈ। ਮੈਨੂੰ ਹਰ ਪ੍ਰਾਣੀ ਮਾਤਰ ਦੇ ਵਿੱਚੋਂ ਕਹਿੰਦੇ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਹੀ ਦੀਦਾਰ ਹੁੰਦਾ ਹੈ। ਇਸ ਤਰ੍ਹਾਂ ਦੀ ਅਵਸਥਾ ਗੁਰੂ ਪਿਆਰਿਓ ਬਣ ਜਾਂਦੀ ਹੈ ਜਿਹੜੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦੇ ਨੇ। ਅੱਗੇ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਫਿਰ ਇਹੋ ਜਿਹੇ ਭਗਤਾਂ ਦੀ ਪ੍ਰਤਪਾਲਣਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਰਦਾ ਹੈ। ਅਤੇ ਫਿਰ ਜਿਹੜੀ ਇਹ ਅਵਸਥਾ ਹੈ ਗੁਰੂ ਪਿਆਰਿਓ, ਜਿਸ ਪ੍ਰਕਾਰ ਕੋਈ ਗੂੰਗਾ ਗੁੜ ਖਾਵੇ ਪਰ ਦੱਸ ਨਹੀਂ ਸਕਦਾ ਇਸ ਸੰਸਾਰ ਦੇ ਅੰਦਰ ਕਿ ਗੁੜ ਦਾ ਸਵਾਦ ਕੀ ਹੈ, ਇਸ ਤਰ੍ਹਾਂ ਦੀ ਕਹਿੰਦੇ ਇਹ ਅਵਸਥਾ ਬਣ ਜਾਂਦੀ ਹੈ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ। ਪਾਤਸ਼ਾਹ ਬਚਨ ਕਰ ਰਹੇ ਨੇ, ਕਹਿੰਦੇ ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਗੁਰੂ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੀ ਇਸ ਤਰ੍ਹਾਂ ਦੀ ਵਡਿਆਈ ਜਿਹੜੀ ਹੈਰਾਨ ਕਰਨ ਵਾਲੀ ਹੈ, ਅਸਚਰਜ ਹੈ। ਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ, ਕਹਿੰਦੇ ਮੈਂ ਨਿਤ ਹੀ ਭਾਵ ਹਮੇਸ਼ਾ ਹੀ ਤੇਰੇ ਨਾਮ ਨੂੰ ਸਿਮਰਦਾ ਹਾਂ, ਜਿਹੜਾ ਇਸ ਸੰਸਾਰ ਦੇ ਵਿੱਚ ਅਤੇ ਪਰਲੋਕ ਦੇ ਵਿੱਚ ਦੋਹਾਂ ਥਾਵਾਂ ਤੇ ਕਹਿੰਦੇ ਮਨੁੱਖ ਦੇ ਵਾਸਤੇ ਸਹਾਈ ਹੋਣ ਵਾਲਾ ਹੈ। ਇੱਕ ਪੁਰਾਤਨ ਗ੍ਰੰਥਾਂ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ, ਵਿਦਵਾਨਾਂ ਨੇ ਗੁਰੂ ਪਿਆਰਿਓ ਇੱਕ ਤ੍ਰਿਪੁਟੀ ਦਾ ਜ਼ਿਕਰ ਕੀਤਾ ਹੈ। ਤ੍ਰਿਪੁਟੀ ਤੋਂ ਭਾਵ ਹੈ ਤਿੰਨ ਵਸਤੂਆਂ। ਪਹਿਲੇ ਨੰਬਰ ਤੇ ਤ੍ਰਿਪੁਟੀ ਦੇ ਵਿੱਚ ਆਉਂਦਾ ਹੈ ਧਿਆਤਾ, ਭਾਵ ਧਿਆਉਣ ਵਾਲਾ, ਕਿਸੇ ਵੀ ਕਾਰਜ ਨੂੰ ਕਰਨ ਵਾਲਾ। ਦੂਸਰੇ ਨੰਬਰ ਤੇ ਆਉਂਦਾ ਹੈ ਗੁਰੂ ਪਿਆਰਿਓ ਧਿਆਨ,
ਭਾਵ ਅਸੀਂ ਕਈ ਵਾਰ ਆਮ ਹੀ ਇਹ ਲਫ਼ਜ਼ ਆਪਣੀ ਜ਼ਿੰਦਗੀ ਦੇ ਵਿੱਚ ਵਰਤਦੇ ਹਾਂ ਕਿਸੇ ਵੀ ਕਾਰਜ ਨੂੰ ਕਰਨ ਦੇ ਵਾਸਤੇ ਕਿ ਭਾਈ ਕੰਮ ਨੂੰ ਧਿਆਨ ਦੇ ਨਾਲ ਕਰ। ਭਾਵ ਸਾਡਾ ਇੱਕ ਅਸੀਂ ਹੋਏ ਅਤੇ ਦੂਸਰਾ ਹੈ ਧਿਆਨ, ਅਤੇ ਤੀਸਰਾ ਹੈ ਜਿਹੜਾ ਵਿਦਵਾਨਾਂ ਨੇ ਕਥਨ ਕੀਤਾ ਹੈ, ਕਹਿੰਦੇ ਧੇ, ਭਾਵ ਜਿਸ ਵਸਤੂ ਦੇ ਉੱਤੇ ਅਸੀਂ ਧਿਆਨ ਲਾਉਣਾ ਹੈ। ਇੱਥੇ ਵਿਦਵਾਨ ਕਥਨ ਕਰਦੇ ਨੇ, ਕਹਿੰਦੇ ਜੋ ਧੇ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ ਅਤੇ ਧਿਆਤਾ ਅਸੀਂ ਹਾਂ ਤੇ ਇੱਕ ਹੈ ਸਾਡਾ ਧਿਆਨ। ਕਹਿੰਦੇ ਜਦੋਂ ਅਵਸਥਾ ਉੱਚੀ ਹੋ ਜਾਂਦੀ ਹੈ ਗੁਰੂ ਪਿਆਰਿਓ, ਇਸ ਤਰ੍ਹਾਂ ਮਨੁੱਖ ਆਪਣੇ ਆਪ ਨੂੰ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਕਹਿੰਦੇ ਲੈ ਜਾਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ। ਉਸ ਸਮੇਂ ਕਹਿੰਦੇ ਧਿਆਤਾ ਅਤੇ ਧਿਆਨ ਦੋਵੇਂ ਹੀ ਕਹਿੰਦੇ ਧੇ ਦੇ ਵਿੱਚ ਲਿਵਲੀਨ ਹੋ ਜਾਂਦੇ ਨੇ, ਉਸ ਦੇ ਵਿੱਚ ਹੀ ਸਮਾ ਜਾਂਦੇ ਨੇ। ਉਸ ਤੋਂ ਬਾਅਦ ਕੌਣ ਕਹਿੰਦੇ ਪਿੱਛੇ ਮੁੜ ਕੇ ਕਹੇ ਇਹ ਸਮੁੰਦਰ ਕਿਤਨਾ ਵਿਸ਼ਾਲ ਹੈ, ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ। ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾਂਦਾ ਹੈ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਤਰ੍ਹਾਂ ਦੀ ਅਵਸਥਾ ਬਣ ਜਾਵੇ। ਬੋਲਦਿਆਂ ਪਾਸੋਂ ਕਈ ਵਾਰ ਜ਼ੁਬਾਨ ਫਿਸਲ ਜਾਂਦੀ ਹੈ, ਗੁਰੂ ਸਾਹਿਬ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ, ਗੁਰੂ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਸੋ ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਸਭ ਜੀਅ ਤੇਰੇ ਦਇਆਲਾ, ਆਪਣੇ ਭਗਤ ਕਰਹਿ ਪ੍ਰਤਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।